ਸੋ ਪਿਆਰੇ ਵਿਦਿਆਰਥੀਓ, ਇਹ ਜੋ ਤਸਵੀਰ ਤੁਹਾਨੂੰ ਦਿਖਾਈ ਦੇ ਰਹੀ ਹੈ, ਇਹ ਇੱਕ ਮਿਆਨ ਦੋ ਤਲਵਾਰਾਂ ਨਾਵਲ ਦੀ ਹੈ। ਠੀਕ ਹੈ ਜੀ। ਕਹਿੰਦੇ ਜੇਕਰ ਆਪਾਂ ਇਸ ਦੇ ਨਾਮ ਦੀ ਗੱਲ ਕਰੀਏ ਕਿ ਇਸ ਦਾ ਨਾਮ ਇੱਕ ਮਿਆਨ ਦੋ ਤਲਵਾਰਾਂ ਕਿਉਂ ਲਿਖਿਆ ਗਿਆ ਹੈ, ਇਹੀ ਨਾਮ ਕਿਉਂ ਢੁਕਵਾਂ ਹੈ, ਤਾਂ ਉਹ ਇਸ ਤਰ੍ਹਾਂ ਹੈ। ਕਹਿੰਦੇ ਨਾਵਲਕਾਰ ਨੇ ਨਾਵਲ ਦਾ ਇਹ ਸਿਰਲੇਖ ਇਸ ਵਿਚਲੀ ਕਹਾਣੀ ਦੇ ਆਧਾਰ 'ਤੇ ਹੀ ਲਿਖਿਆ ਹੈ। ਕਹਿੰਦੇ ਇਹ ਇੱਕ ਅਖਾਣ ਹੈ ਜਿਸ ਦਾ ਭਾਵ ਇਹ ਹੈ ਕਿ ਦੋ ਜ਼ੋਰਾਵਰ ਤੇ ਨਿਰੰਕੁਸ਼ ਆਦਮੀ ਇੱਕ ਥਾਂ 'ਤੇ ਨਹੀਂ ਰਹਿ ਸਕਦੇ। ਅਰਥਾਤ ਕਹਿੰਦੇ ਇੱਕ ਬੇਲੇ ਦੇ ਵਿੱਚ ਦੋ ਸ਼ੇਰ, ਮਤਲਬ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ। ਕਹਿੰਦੇ ਇਸ ਨਾਵਲ ਦੇ ਵਿੱਚ ਇੱਕ ਉਸ ਪਰਿਵਾਰ ਦੇ ਮੈਂਬਰਾਂ ਦੀਆਂ ਆਪਸੀ ਭਿੰਨ-ਭਿੰਨ ਤੇ ਪਰਸਪਰ ਵਿਰੋਧੀ ਸੋਚਣੀਆਂ, ਰੁਚੀਆਂ ਅਤੇ ਰਸਤਿਆਂ ਦਾ ਵਰਣਨ ਹੈ, ਜਿਨ੍ਹਾਂ ਕਰਕੇ ਲਗਭਗ ਉਹ ਹਾਲਤ ਹੁੰਦੀ ਹੈ ਜੋ ਕਿ ਇੱਕ ਮਿਆਨ ਵਿੱਚ ਸਮਾਉਣ ਵਾਲਿਆਂ ਦੇ ਤਲਵਾਰਾਂ ਅਰਥਾਤ ਇੱਕ ਬੇਲੇ ਦੇ ਵਿੱਚ ਵਸਦੇ ਦੋ ਸ਼ੇਰਾਂ ਦੀ ਹੁੰਦੀ ਹੈ। ਕਹਿੰਦੇ ਦੋਵੇਂ ਧਿਰਾਂ ਮਤਲਬ ਦੋਨੋਂ ਆਪਣੇ ਆਪਣੇ ਦ੍ਰਿਸ਼ਟੀਕੋਣ, ਭਾਵ, ਵਿਚਾਰ ਤੇ ਰਸਤਿਆਂ ਦੇ ਉੱਪਰ ਬੜੀ ਜ਼ੋਰਾਵਰੀ, ਦ੍ਰਿੜਤਾ ਤੇ ਨਿਰੰਕੁਸ਼ਤਾ ਦੇ ਨਾਲ ਚੱਲਦੀਆਂ ਨੇ, ਪਰ ਉਹਨਾਂ ਦੇ ਵਿਰੋਧ ਕਾਰਨ ਚੇਤ ਜਾਂ ਅਚੇਤ ਰੂਪ ਦੇ ਵਿੱਚ ਉਹ ਇੱਕ ਦੂਜੇ ਦੇ ਲਈ ਕੀ ਹੈ, ਮਾਰੂ ਹੀ ਸਿੱਧ ਹੁੰਦੀਆਂ ਹਨ। ਕਹਿੰਦੇ ਜਿਸ ਤਰ੍ਹਾਂ ਦੋ ਧਿਰਾਂ ਦੇ ਵਿੱਚੋਂ ਇੱਕ ਨੂੰ ਜਿੱਤ ਤੇ ਇੱਕ ਨੂੰ ਹਾਰ ਪ੍ਰਾਪਤ ਹੁੰਦੀ ਹੈ, ਜਾਂ ਘੱਟ ਤੋਂ ਘੱਟ ਇੱਕ ਧਿਰ ਦਾ ਹੱਥ ਦੂਜੀ ਹੱਥ ਤੋਂ ਉੱਪਰ ਰਹਿੰਦਾ ਹੈ, ਇਸੇ ਪ੍ਰਕਾਰ ਹੀ ਬੀਰੀ ਤੇ ਸੁਦਰਸ਼ਨ ਦਾ ਹੱਥ ਬਾਬਾ ਸੁਖਦੇਵ ਤੋਂ ਉੱਪਰ ਰਹਿੰਦਾ ਹੈ। ਕਹਿੰਦੇ ਨਾਵਲ ਦੇ ਵਿੱਚ ਇਸ ਦੇ ਸਿਰਲੇਖ ਵਾਲੇ ਇਹ ਸ਼ਬਦ ਕੁਝ ਥਾਵਾਂ 'ਤੇ ਹੀ ਆਉਂਦੇ ਹਨ। ਨਾਵਲ ਦੇ ਵਿੱਚ ਇਸ ਅਖਾਣ ਦੀ ਕੁਝ ਥਾਵਾਂ 'ਤੇ ਹੀ ਵਰਤੋਂ ਮਿਲਦੀ ਹੈ। ਕਹਿੰਦੇ ਇਹ ਅਖਾਣ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਨੇ, ਜੋ ਕਿ ਇਸ ਨਾਵਲ ਦਾ ਮੁੱਖ ਪਾਤਰ ਹੈ, ਉਸ ਨੇ ਆਪਣੀ ਪ੍ਰੇਮਿਕਾ ਜੋ ਬੀਰੀ ਸੀ, ਜੋ ਕਿ ਉਸਨੂੰ ਪਿਆਰ ਕਰਦੀ ਸੀ, ਬੀਰੀ ਉਸਨੂੰ ਪਿਆਰ ਕਰਦੀ ਸੀ, ਬੀਰੀ ਨੂੰ ਉਸਦੀ ਗਦਰਲੀ ਲਹਿਰ ਦੇ ਪ੍ਰਤੀ ਸੁਹਿਰਦਤਾ ਅਤੇ ਲਗਨ ਦੀ ਪ੍ਰੀਖਿਆ ਕਰਦੇ ਸਮੇਂ ਉਸ ਦੀ ਘਰੇਲੂ ਸਥਿਤੀ ਅਤੇ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਹੇ। ਕਰਤਾਰ ਸਿੰਘ ਸਰਾਭੇ ਨੂੰ ਮਾਸਟਰ ਦਲੀਪ ਸਿੰਘ ਤੋਂ ਪਤਾ ਲੱਗ ਚੁੱਕਾ ਸੀ ਕਿ ਬੀਰੀ ਅਤੇ ਸੁਦਰਸ਼ਨ ਦਾ ਬਾਪ, ਜੋ ਕਿ ਬਾਬਾ ਸੁਖਦੇਵ ਸਿੰਘ ਹੈ, ਉਹ ਅੰਗਰੇਜ਼ੀ ਸਰਕਾਰ ਦਾ ਪੱਕਾ ਵਫਾਦਾਰ ਝੋਲੀ ਚੁੱਕ ਹੈ। ਪਰ ਜੋ ਬੀਰੀ ਹੈ ਤੇ ਸੁਦਰਸ਼ਨ ਹੈ, ਉਹ ਗਦਰੀਆਂ ਦੇ ਹਮਦਰਦ ਹਨ, ਮਦਦਗਾਰ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹਨ। ਕਹਿੰਦੇ ਸਰਾਭੇ ਦਾ ਬੀਰੀ ਨੂੰ ਇਹ ਸ਼ਬਦ ਕਹਿਣ ਤੋਂ ਭਾਵ ਇਹ ਸੀ ਕਿ ਇੱਕ ਘਰ ਦੇ ਵਿੱਚ ਦੇਸ਼ ਭਗਤੀ ਅਤੇ ਦੇਸ਼ ਦੁਸ਼ਮਣੀ ਦੇ ਵਿਚਾਰ ਇਕੱਠੇ ਨਹੀਂ ਚੱਲ ਸਕਦੇ। ਕਹਿਣ ਦਾ ਮਤਲਬ ਜੋ ਬੀਰੀ ਸੀ ਉਹ ਕਰਤਾਰ ਸਿੰਘ ਸਰਾਭੇ ਦੇ ਵਿਚਾਰਾਂ ਨਾਲ ਸਹਿਮਤ ਸੀ, ਪਰ ਜੋ ਉਸਦਾ ਬਾਪ ਸੀ ਸੁਖਦੇਵ ਸਿੰਘ, ਉਹ ਅੰਗਰੇਜ਼ਾਂ ਦੇ ਵਿਚਾਰਾਂ ਨਾਲ ਸਹਿਮਤ ਸੀ। ਸੋ ਇਸ ਕਰਕੇ ਕਰਤਾਰ ਸਿੰਘ ਸਰਾਭੇ ਨੇ ਬੀਰੀ ਨੂੰ ਹੀ ਇਹ ਸ਼ਬਦ ਕਹੇ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਚੱਲ ਸਕਦੀਆਂ। ਦੇਸ਼ ਭਗਤੀ ਤੇ ਦੇਸ਼ ਦੁਸ਼ਮਣੀ ਦੇ ਜੋ ਵਿਚਾਰ ਨੇ ਉਹ ਇਕੱਠੇ ਨਹੀਂ ਚੱਲ ਸਕਦੇ, ਇਸ ਕਰਕੇ ਉਸਨੂੰ ਮਾਪਿਆਂ ਦਾ ਘਰ ਕੀ ਹੈ ਛੱਡਣਾ ਪਵੇਗਾ। ਪਰ ਕਹਿੰਦੇ ਬੀਰੀ ਨੇ ਆਪਣੇ ਬਾਪ ਦਾ ਘਰ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੀ ਦੇਸ਼ ਭਗਤੀ ਦੇ ਵਿੱਚ ਸੁਹਿਰਦਤਾ ਦਾ ਪੂਰਾ ਸਬੂਤ ਦਿੱਤਾ, ਤੇ ਉਸਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ ਲਈ ਉਹ ਹਰ ਕੰਮ ਕਰਨ ਦੇ ਲਈ ਤਿਆਰ ਹੈ। ਕਹਿੰਦੇ ਹੁਣ ਗਦਰੀਆਂ ਦੀ ਹਮਦਰਦ ਬੀਰੀ ਅਤੇ ਸੁਦਰਸ਼ਨ ਦਾ ਆਪਣਾ ਸਰਕਾਰ ਵਿਰੋਧੀ ਕੰਮ ਬੜੀ ਤੇਜ਼ੀ ਦੇ ਨਾਲ ਕਰਦੇ ਸਨ। ਮਤਲਬ ਬੀਰੀ ਤੇ ਸੁਦਰਸ਼ਨ ਇਹ ਦੋਨੋਂ ਭੈਣ ਭਰਾ ਸੀ, ਇਹ ਗਦਰੀਆਂ ਦੇ ਮਤਲਬ ਹਮਦਰਦ ਸੀ, ਉਹਨਾਂ ਦੀ ਪੂਰੀ ਵਧੀਆ ਮਦਦ ਕਰਦੇ ਸੀ। ਪਰ ਦੂਜੇ ਪਾਸੇ ਬਾਬਾ ਸੁਖਦੇਵ ਸਿੰਘ ਰੰਗਰੂਟ ਫੌਜੀ ਨੂੰ ਕਹਿੰਦੇ ਨੇ, ਭਰਤੀ ਕਰਾ ਕੇ ਗਦਰੀਆਂ ਨੂੰ ਫੜਾ ਕੇ ਆਪਣਾ ਸਰਕਾਰ ਦੇ ਪ੍ਰਤੀ ਪਿਛਲੇ ਰਿਕਾਰਡ ਮਾਤ ਪਾਉਣ ਲਈ ਤਿਆਰ ਹੋ ਜਾਂਦਾ। ਕਹਿੰਦੇ ਬੀਰੀ ਨੂੰ ਆਪਣੇ ਪਿਤਾ ਦੀਆਂ ਇਹ ਹਰਕਤਾਂ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਤੇ ਉਹ ਸਰਾਭੇ ਦੇ ਕਹੇ ਉੱਪਰਲੇ ਸ਼ਬਦ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਵਾਲੇ ਉਸਦੇ ਦੁਆਰਾ ਵਰਤੀ ਅਖਾਣ ਹਮੇਸ਼ਾ ਉਸਦੇ ਦਿਮਾਗ ਦੇ ਵਿੱਚ ਕੀ ਹੈ ਚੱਕਰ ਕੱਢਦੀ ਰਹਿੰਦੀ। ਕਹਿੰਦੇ ਇਹਨਾਂ ਸੋਚਾਂ ਦੇ ਵਿੱਚ ਉਸ ਨੂੰ ਨਿੰਦਰ ਨਹੀਂ ਪੈਂਦੀ। ਉਹ ਸੋਚਦੀ ਹੈ ਕਿ ਸਰਕਾਰ ਭਗਤੀ ਅਤੇ ਦੇਸ਼ ਭਗਤੀ ਦੀਆਂ ਤਲਵਾਰਾਂ ਉਸ ਠੀਕ ਘੱਲਿਆ ਸੂ, ਜਾਂ ਇਹ ਰਹੇਗੀ ਜਾਂ ਉਹ ਰਹੇਗੀ। ਕਹਿੰਦੇ ਉਹ ਹਮੇਸ਼ਾ ਇਹੀ ਯਤਨ ਕਰਦੀ ਰਹਿੰਦੀ ਕਿ ਜੇਕਰ ਉਹ ਇੱਕ ਤਲਵਾਰ ਕੱਢ ਕੇ ਲਾਂਬੇ ਨਹੀਂ ਕਰ ਸਕਦੀ ਤਾਂ ਉਹ ਉਸਨੂੰ ਖੁੰਡੀ ਜ਼ਰੂਰ ਕਰ ਸਕਦੀ ਹੈ। ਕਹਿਣ ਦਾ ਮਤਲਬ ਜੇ ਉਹ ਆਪਣੇ ਪਿਓ ਨੂੰ ਅੰਗਰੇਜ਼ਾਂ ਦੀਆਂ ਗੱਲਾਂ ਦੇ ਵਿੱਚ ਆਉਣ ਤੋਂ ਰੋਕ ਨਹੀਂ ਸਕਦੀ ਤਾਂ ਉਸਨੂੰ ਇੰਨਾ ਕੁ ਕਹਿ ਸਕਦੀ ਹੈ ਕਿ ਉਹ ਰੁਕ ਜਾਵੇ, ਮਤਲਬ ਉਸ ਨਾਲ ਗੱਲਾਂ ਦੇ ਉੱਤੇ ਪ੍ਰਭਾਵ ਪਾ ਸਕਦੀ ਹੈ।
ਕਹਿੰਦੇ ਇਸ ਪ੍ਰਕਾਰ ਉਹ ਮੌਕਾ ਪਾ ਕੇ ਇੱਕ ਦਿਨ ਆਪਣੇ ਪਿਤਾ ਦੇ ਉਹਨਾਂ ਪ੍ਰਸ਼ੰਸਾ ਪੱਤਰਾਂ ਦੇ ਬੈਗ ਨੂੰ ਅੱਗ ਲਾ ਦਿੰਦੀ ਹੈ ਜਿਹੜੇ ਉਹਨਾਂ ਨੇ ਰੰਗਰੂਟ ਭਰਤੀ ਕਰਾ ਕੇ ਗਦਰੀਆਂ ਦੇ ਵਿਰੁੱਧ ਕੰਮ ਕਰਕੇ ਸਰਕਾਰ ਤੋਂ ਪ੍ਰਾਪਤ ਕੀਤੇ ਸਨ। ਕਹਿੰਦੇ ਇਸ ਬਦਲੇ ਉਸ ਨੂੰ ਬਾਬਾ ਜੀ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਵੀ ਮਾਰ ਖਾਣੀ ਪੈਂਦੀ ਹੈ, ਪਰ ਉਸਦਾ ਮਨ ਹਲਕਾ ਫੁੱਲ ਮਹਿਸੂਸ ਕਰਦਾ ਹੈ ਕਿਉਂਕਿ ਉਸਨੇ ਇਸ ਤਲਵਾਰ ਨੂੰ ਘੱਟ ਤੋਂ ਘੱਟ ਕੀ ਖੁੰਡੀ ਕਰ ਦਿੱਤਾ ਹੈ। ਕਹਿਣ ਦਾ ਮਤਲਬ ਉਸਦੇ ਪਿਓ ਨੇ ਜੋ ਵੀ ਪ੍ਰਸ਼ੰਸਾ ਲੈਣ ਦੇ ਲਈ ਪੱਤਰ ਵਗੈਰਾ ਸਾਂਭੇ ਹੋਏ ਸੀਗੇ ਉਹਨਾਂ ਨੂੰ ਉਸਨੇ ਜਲਾ ਦਿੱਤਾ। ਇਸ ਪਿੱਛੋਂ ਬਾਬਾ ਜੀ ਆਪਣੇ ਪੁੱਤਰ ਅਤੇ ਧੀ ਉੱਤੇ ਲੱਗੇ ਗਦਰੀਆਂ ਨਾਲ ਮਿਲ ਕੇ ਕੰਮ ਕਰਨ ਦੇ ਦੋਸ਼ਾਂ ਕਾਰਨ ਕਹਿੰਦੇ ਸਰਕਾਰ ਦੇ ਦਰਬਾਰ ਦੇ ਵਿੱਚ ਵਿਗੜੀ ਸਾਖ ਨੂੰ ਬਣਾਉਣ ਦੇ ਲਈ ਗਦਰੀ ਡਾਕਟਰ ਮਥੁਰਾ ਸਿੰਘ ਨੂੰ ਫੜਾਉਣ ਦੇ ਲਈ ਅਫਗਾਨਿਸਤਾਨ ਵੱਲ ਜਾਂਦੇ ਹਨ। ਕਹਿੰਦੇ ਉਹਨਾਂ ਨੂੰ ਇਸ ਕੰਮ ਵਿੱਚ ਸਫਲਤਾ ਵੀ ਪ੍ਰਾਪਤ ਹੁੰਦੀ ਹੈ। ਇਹ ਕੇਵਲ ਇੱਕ ਗਦਰੀ ਹੀ ਨਹੀਂ ਫੜਾਉਂਦੇ ਸਗੋਂ ਉਹਨਾਂ ਦੇ ਨਾਲ ਛੁਪਾਏ ਬੰਬਾਂ ਦਾ ਵੀ ਪਤਾ ਲੈ ਆਉਂਦੇ ਹਨ ਅਤੇ ਆਪਣੇ ਇਸ ਕਾਰਨਾਮੇ ਦੇ ਨਾਲ ਸਰਕਾਰ ਤੋਂ ਨਏ ਇਕਨਾਮੀ ਲੈਣ ਦੇ ਲਈ ਉਹ ਡੀਸੀ ਨੂੰ ਹੀ ਨਹੀਂ ਸਗੋਂ ਸਿੱਧਾ ਪੰਜਾਬ ਦੇ ਗਵਰਨਰ ਨੂੰ ਵੀ ਮਿਲਣ ਦਾ ਕੀ ਹੈ ਫੈਸਲਾ ਕਰਦੇ ਨੇ। ਪਰ ਕਹਿੰਦੇ ਦੂਜੇ ਪਾਸੇ ਉਹਨਾਂ ਦੀ ਪੁੱਤਰੀ ਜੋ ਬੀਰੀ ਹੈ ਸਰਾਬੇ ਦੇ ਨਾਲ ਮੁਲਾਕਾਤ ਕਰਕੇ ਉਸ ਨੂੰ ਪਰਨਾਉਣ ਤੋਂ ਮਗਰੋਂ ਉਸਦੇ ਦਿੱਤੇ ਪਿਸਤੌਲ ਦੇ ਨਾਲ ਸਰਾਬੇ ਤੇ ਉਸਦੇ ਸਾਥੀਆਂ ਨੂੰ ਫੜਾਉਣ ਵਾਲੇ ਪੁਲਿਸ ਦੇ ਮੁਖਬਰ ਰਸਾਲਦਾਰ ਗੰਡਾ ਸਿੰਘ ਨੂੰ ਮਾਰ ਕੇ ਆਤਮਘਾਤ ਕਰ ਲੈਂਦੀ ਹੈ ਤੇ ਬਾਬਾ ਜੀ ਇਹ ਖਬਰ ਅਫਗਾਨਿਸਤਾਨ ਤੋਂ ਪੰਜਾਬ ਦੇ ਵਿੱਚ ਗੱਡੀਆਂ ਉਤਰਦੇ ਸਮੇਂ ਅਖਬਾਰ ਵਿੱਚ ਪੜ੍ਹ ਲੈਂਦੇ ਹਨ ਅਤੇ ਉਹ ਆਪਣੀ ਸਾਰੀ ਕੀਤੀ ਕਰਾਈ ਤੇ ਪਾਣੀ ਫਿਰਿਆ ਦੇਖ ਆਖਰੀ ਦਮਾਂ ਤੇ ਪਹੁੰਚ ਜਾਂਦੇ ਹਨ। ਕਹਿੰਦੇ ਸੋ ਇਸ ਪ੍ਰਕਾਰ ਨਾਵਲ ਦੀ ਕਹਾਣੀ ਦਾ ਸੰਬੰਧ ਇੱਕ ਪਰਿਵਾਰ ਦੇ ਉਹਨਾਂ ਮੈਂਬਰਾਂ ਨਾਲ ਹੈ ਜਿਨ੍ਹਾਂ ਦੀ ਇੱਕ ਦੂਜੇ ਦੇ ਵਿਰੋਧੀ ਵਿਚਾਰ ਰਸਤਿਆਂ ਕਰਕੇ ਅਵਸਥਾ ਉਹੀ ਬਣੀ ਰਹਿੰਦੀ ਹੈ ਜੋ ਇੱਕ ਮਿਆਨ ਦੋ ਤਲਵਾਰਾਂ ਵਿੱਚ ਸਮਾਉਣ ਵਾਲੀ ਹੁੰਦੀ ਹੈ ਜਾਂ ਇੱਕ ਬੇਲੇ ਦੇ ਵਿੱਚ ਵਸਦੇ ਦੋ ਸ਼ੇਰਾਂ ਦੀ ਹੁੰਦੀ ਹੈ। ਅਰਥਾਤ ਕਹਿੰਦੇ ਦੋਹਾਂ ਧਿਰਾਂ ਦੇ ਵਿਚਾਰਧਾਰਾਵਾਂ ਤੇ ਕਾਰਜ ਸੁਚੇਤ ਜਾਂ ਅਚੇਤ ਰੂਪ ਵਿੱਚ ਇੱਕ ਦੂਜੇ ਦੇ ਲਈ ਕੀ ਹੁੰਦੇ ਨੇ ਹਾਨੀਕਾਰਕ ਹੁੰਦੇ ਹਨ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਮਿਆਨ ਦੋ ਤਲਵਾਰਾਂ ਅਖਾਣ ਸੁਦਰਸ਼ਨ ਅਤੇ ਬੀਰੀ ਦੇ ਘਰ ਦੀ ਅਵਸਥਾ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦਾ ਹੈ। ਇਸੇ ਆਧਾਰ ਤੇ ਹੀ ਰੱਖੇ ਇਸ ਨਾਵਲ ਦੇ ਸਿਰਲੇਖ ਨੂੰ ਅਸੀਂ ਬਿਲਕੁਲ ਢੁਕਵਾਂ ਅਤੇ ਫੱਬਵਾਂ ਕਹਿ ਸਕਦੇ ਹਾਂ। ਕਹਿਣ ਦਾ ਮਤਲਬ ਇਸ ਦਾ ਨਾਮ ਬਿਲਕੁਲ ਢੁਕਵਾਂ ਹੈ ਕਿਉਂਕਿ ਦੋ ਵਿਰੋਧੀ ਵਿਚਾਰਾਂ ਵਾਲੇ ਵਿਅਕਤੀ ਨੇ ਜੋ ਇੱਕ ਥਾਂ ਦੇ ਉੱਤੇ ਨਹੀਂ ਰਹਿ ਸਕਦੇ।